परम सन्मानयोग गुरु रूप गुरु खालसा साध संगत जी। वाहिगुरु जी का खालसा वाहिगुरु जी की फतेह। सच्चे पातशाह धन श्री गुरु हरगोबिंद साहिब जी महाराज जदों सिर्फ 2 साल दे ही सन तां वडाली पिंड दे बालक ਜਿਹੜੇ बहुत भागां वाले ਹਨ उन्हां नाल बहुत खेडदे ਹਨ। श्री हरगोबिंद जी नाल मिल के स्वादी भोजन पाउंदे ਹਨ, सारिਆਂ ਨੂੰ ਦਿੰਦੇ ਹਨ। ਉਹ साथ नहीं छड्डदे, आपस ਵਿੱਚ एक दूसरे ਨੂੰ ਜ਼ੋਰ ਨਾਲ ਧਕੇਲਦੇ ਹਨ, आप ਵਿਖਾ ਕੇ ਕੁਸ਼ਤੀ ਕਰਦੇ ਹਨ ਤੇ ਹੱਥਾਂ ਨਾਲ ਧੱਕੇ ਦਿੰਦੇ ਹਨ। ਇਸ ਪ੍ਰਕਾਰ ਪ੍ਰਭੂ ਕ੍ਰੀੜਾ ਕਰਦੇ ਸਨ ਅਤੇ ਵਿਸ਼ਾਲ ਖੇਡਾਂ ਖੇਡਦੇ ਸਨ। ਬਹੁਤ ਬਾਲਕ ਇਕੱਠੇ ਹੋ ਕੇ ਖੇਡਦੇ ਸਨ ਤੇ ਰਾਤ ਵੇਲੇ ਆਪੋ ਆਪਣੇ ਘਰ ਚਲੇ ਜਾਂਦੇ ਸਨ। ਜਦ ਰਾਤ ਪੈ ਜਾਂਦੀ ਸੀ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਘਰ ਅੰਦਰ ਆ ਜਾਂਦੇ ਸਨ ਤੇ ਸਭ ਸੁੱਖਾਂ ਦੇ ਦਾਤਾਰ ਫਿਰ ਪਲੰਗ ਤੇ ਬੈਠ ਜਾਂਦੇ ਸਨ। ਹੱਥ ਜੋੜ ਕੇ ਮਾਤਾ ਗੰਗਾ ਜੀ ਕਹਿੰਦੇ ਸਨ, ਆਪ ਜੀ ਸਾਰਿਆਂ ਨੂੰ ਚੰਗੀ ਮੱਤ ਦਿੰਦੇ ਹੋ, ਮੇਰਾ ਹਿਰਦਾ ਡਰਦਾ ਰਹਿੰਦਾ ਹੈ। ਇਸ ਕਰਕੇ ਹੁਣ ਮੈਂ ਬੇਨਤੀ ਕਰਦੀ ਹਾਂ, ਜਦ ਕਦੀ ਵੱਡੇ ਵੱਡੇ ਉਪਦਰਾਂ ਦੇ ਨਾਸ਼ ਕਰਨ ਦੇ ਕੇਵਲ ਆਪ ਜੀ ਹੀ ਸਮਰੱਥ ਹੋ। ਜਿੱਥੇ ਤੁਸੀਂ ਨਾਮ ਦਾ ਉਚਾਰਨ ਕਰਦੇ ਹੋ ਉੱਥੇ ਕੋਈ ਵਿਘਨ ਨਹੀਂ ਹੁੰਦਾ। ਅਸੀਂ ਪਿੰਡ ਵਿੱਚ ਆ ਕੇ ਵਸ ਗਏ ਹਾਂ ਅਤੇ ਬਹੁਤ ਉਪਾਅ ਕਰਕੇ ਪੁੱਤਰ ਨੂੰ ਪਾਇਆ ਹੈ। ਸੁੰਦਰ ਰੂਪ ਅਤੇ ਬਹੁਤ ਆਨੰਦਦਾਇਕ ਇੱਕ ਇਹੋ ਹੈ, ਹੋਰ ਦੂਸਰਾ ਕੋਈ ਪੈਦਾ ਨਹੀਂ ਹੋਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹੱਥ ਦੇ ਕੇ ਦਇਆ ਕਰਕੇ ਦਾਸ ਜਾਣ ਕੇ ਸੇਵਕ ਨੂੰ ਬਚਾਇਆ ਹੈ। ਮਹਾ ਅਪਰਾਧਨ ਦਾਈ ਤੇ ਇਸ ਕਾਲੇ ਨਾਗ ਤੋਂ ਬਚਾਇਆ ਹੈ। ਜਿਵੇਂ ਕਿ ਆਪਾਂ ਪਿਛਲੇ ਪ੍ਰਸੰਗ ਵਿੱਚ ਸਰਵਣ ਕੀਤਾ ਸੀ ਕਿ ਕਿਵੇਂ ਗੁਰੂ ਜੀ ਨੇ ਇੱਕ ਸੱਪ ਦਾ ਉਧਾਰ ਕੀਤਾ ਜਿਹੜਾ ਪ੍ਰਿਥੀ ਨੇ ਗੁਰੂ ਜੀ ਨੂੰ ਮਾਰਨ ਵਾਸਤੇ ਭੇਜਿਆ ਸੀ। ਆਪ ਜੀ ਆਪਣੇ ਨਗਰ ਨੂੰ ਚੱਲੋ, ਉੱਥੇ ਜਾ ਕੇ ਵਸੀਏ, ਕੋਈ ਵਿਘਨ ਨਹੀਂ ਹੋਵੇਗਾ। ਉੱਥੇ ਬਹੁਤ ਸੇਵਕ ਵਸਦੇ ਹਨ, ਸਾਰੇ ਆਪ ਦੀ ਸੇਵਾ ਕਰਦੇ ਹਨ। ਉਹਨਾਂ ਵਿੱਚ ਵਸ ਕੇ ਆਪਣੀ ਚਿੰਤਾ ਨੂੰ ਦੂਰ ਕਰੀਏ। ਥੋੜ੍ਹੇ ਜਿਹੇ ਸੇਵਕ ਪਿੰਡ ਵਿੱਚ ਵਸਦੇ ਹਨ, ਬਹੁਤੇ ਮਨੁੱਖ ਨਹੀਂ ਹਨ ਜਿੰਨੇ ਨਗਰ ਵਿੱਚ ਰਹਿੰਦੇ ਹਨ। ਹੇ ਸੁੱਖਾਂ ਦੀ ਰਾਸ, ਵੱਡੇ ਨਗਰ ਦੇ ਵਿੱਚ ਜਾ ਕੇ ਵਾਸਾ ਕਰੋ, ਉੱਥੇ ਜਾ ਕੇ ਨਿਸ਼ਚਿੰਤ ਹੋ ਕੇ ਸੋਈਏ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ, ਡਰਨ ਦੀ ਕੋਈ ਲੋੜ ਨਹੀਂ ਹੈ। ਬਾਲਕ ਦਾ ਰਖਵਾਲਾ ਆਪ ਵਾਹਿਗੁਰੂ ਹੈ। ਕਿਤੇ ਵੀ ਚਲੇ ਜਾਈਏ ਭਾਵੀ ਟਲਦੀ ਨਹੀਂ ਹੈ, ਉਸੇ ਰੀਤੀ ਅਨੁਸਾਰ ਹੀ ਬਣਦਾ ਹੈ, ਕਦੇ ਵੀ ਮਿਟਦਾ ਨਹੀਂ ਹੈ। ਕੇਵਲ ਇੱਕ ਪਰਮੇਸ਼ਰ ਤੇ ਆਸ ਰੱਖੋ, ਜਿਸ ਤੋਂ ਵੱਡਾ ਹੋਰ ਕੋਈ ਸੁਖਦਾਤਾ ਨਹੀਂ ਹੈ। ਡਰ ਬਿਨਾ ਕਿਵੇਂ ਡਰ ਰੱਖਦੇ ਹੋ? ਸਦਾ ਵਿਸ਼ਾਲ ਚਿਤ ਹੋ ਕੇ ਸਤਨਾਮ ਦਾ ਸਿਮਰਨ ਕਰੋ। ਬਹੁਤ ਗੁੱਝਾ ਕਪਟੀ ਪ੍ਰਿਥਿਆ ਦੂਸਰੇ ਦੀ ਵਡਿਆਈ ਦੇਖ ਕੇ ਜਰ ਨਹੀਂ ਸਕਦਾ। ਉਤੋਂ ਪ੍ਰੇਮ ਵਿਖਾਉਂਦਾ ਹੈ ਤੇ ਹਿਤੂ ਬੋਲੀ ਬੋਲਦਾ ਹੈ, ਪਰ ਹਿਰਦੇ ਵਿੱਚ ਬੜੀ ਖੋਟੀ ਦੁਸ਼ਟਾਈ ਰੱਖਦਾ ਹੈ। ਸਾਨੂੰ ਵੇਖਦਿਆਂ ਹੀ ਦੁਖੀ ਹੋ ਜਾਂਦਾ ਹੈ ਜਾਂ ਹਿੱਤ ਕਰਕੇ ਦੁੱਖ ਦੇਣ ਦੇ ਬਹੁਤ ਉਪਾਅ ਕਰਦਾ ਹੈ। ਇਸ ਕਰਕੇ ਉਸ ਤੋਂ ਦੂਰ ਰਹਿਣਾ ਹੀ ਠੀਕ ਹੈ। ਸਰੀਰਾਂ ਦੀ ਕੁਟਲ ਨੀਤੀ ਚੰਗੀ ਨਹੀਂ। ਇਹ ਕਹਿ ਕੇ ਗੁਰੂ ਜੀ ਚੁੱਪ ਕਰ ਗਏ ਤੇ ਫਿਰ ਵਿਚਾਰਨ ਲੱਗੇ ਕਿ ਇਸਤਰੀ ਦਾ ਸੁਭਾਅ ਹੀ ਡਰਾਕਲ ਹੁੰਦਾ ਹੈ। ਆਪਣੇ ਪੁੱਤਰ ਦੇ ਪਿਆਰ ਬਾਰੇ ਸੋਚਦੀ ਹੈ, ਇਹ ਨਹੀਂ ਜਾਣਦੀ ਕਿ ਇਹ ਸ਼ਕਤੀ ਦੀ ਖਾਨ ਹਨ। ਧੀਰਜ ਛੱਡ ਕੇ ਡਰਾਕਨ ਬਚਨ ਬੋਲਦੀ ਹੈ ਤੇ ਇਸ ਤਰ੍ਹਾਂ ਉਦਾਸ ਹੋ ਜਾਂਦੀ ਹੈ। ਨਗਰ ਦੇ ਵਿੱਚ ਵਸਣਾ ਚਾਹੁੰਦੀ ਹੈ, ਸ਼ਰੀਕਾਂ ਦੇ ਪਾਸ ਰਹਿਣਾ ਚਾਹੁੰਦੀ ਹੈ। ਦਇਆ ਦੇ ਭੰਡਾਰ ਭਾਵ ਸ਼੍ਰੀ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਚਿੱਤ ਵਿੱਚ ਸੋਚ ਰਹੇ ਸਨ। ਫਿਰ ਪ੍ਰਸੰਨਤਾ ਵਾਲੇ ਬਚਨ ਕਹੇ, ਕੁਝ ਦਿਨ ਇੱਥੇ ਵਾਸ ਕਰੋ, ਫਿਰ ਉੱਥੇ ਜਾਣ ਦਾ ਮਨ ਬਣਾਵਾਂਗੇ। ਬਾਲਕ ਦੀ ਇੱਥੇ ਪ੍ਰਤਿਪਾਲਨਾ ਕਰੋ, ਉਹ ਨਿਤ ਵਿਸ਼ਾਲ ਆਨੰਦ ਲਵੇ। ਮਾਤਾ ਗੰਗਾ ਜੀ ਨੇ ਜਦ ਇਹ ਗੱਲ ਸੁਣੀ ਤਾਂ ਬਹੁਤ ਪ੍ਰਸੰਨ ਹੋਏ ਤੇ ਮਨ ਵਿੱਚ ਸੋਚਿਆ ਕਿ ਹੁਣ ਪਿੰਡ ਵਿੱਚ ਰਹਿਣਾ ਛੱਡ ਦਿਆਂਗੇ। ਗੁਰੂ ਜੀ ਦੇ ਇਸ ਤਰ੍ਹਾਂ ਬੋਲਦਿਆਂ ਅਤੇ ਮਾਤਾ ਜੀ ਦੇ ਪੁੱਛਦਿਆਂ ਅਤੇ ਭੋਜਨ ਛਕਦਿਆਂ ਪਹਿਰ ਰਾਤ ਬੀਤ ਗਈ। ਫਿਰ ਪਹਿਲਾਂ ਵਾਂਗ ਸੁੱਖ ਨਾਲ ਸੌਂ ਗਏ। ਫਿਰ ਸਵੇਰੇ ਸਵਖਤੇ ਉੱਠ ਕੇ ਜਲ ਵਿੱਚ ਇਸ਼ਨਾਨ ਕੀਤਾ। ਸਪੁੱਤਰ ਨੂੰ ਲਾਡ ਲਡਾਉਂਦੇ ਹਨ, ਪਾਲਣਾ ਕਰਦੇ ਹਨ ਅਤੇ ਬਹੁਤ ਸ਼ੌਂਕ ਨਾਲ ਗਹਿਣੇ ਪਾਉਂਦੇ ਹਨ। ਸਰੀਰ ਦੇ ਸੁੰਦਰ ਕੱਪੜੇ ਪਹਿਨਾ ਕੇ
ਬਹੁਤ ਪ੍ਰਸੰਨ ਹੁੰਦੇ ਹਨ। ਸੇਵਕਾਂ 'ਤੇ ਭਰੋਸਾ ਨਹੀਂ ਕਰਦੇ। ਅੱਠੇ ਪਹਿਰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦੇ ਹਨ, ਹੱਥ ਰੱਖ ਕੇ ਸੌਂਦੇ ਹਨ ਕਿ ਕਿਤੇ ਪੁੱਤਰ ਡਰ ਕੇ ਉੱਠ ਨਾ ਪਵੇ। ਨਿਤ ਨਾ ਮਿਟਣ ਵਾਲਾ ਨਵਾਂ ਪਿਆਰ ਵੱਧਦਾ ਹੈ। ਸ਼੍ਰੀ ਹਰਗੋਬਿੰਦ ਜੀ ਦਾ ਵਿਸ਼ਾਲ ਢੀਲ ਡੌਲ ਹੈ ਅਤੇ ਭਾਰੀ ਬਲ ਵਧਿਆ ਹੈ। ਬੜੀ ਸੁੰਦਰ ਸੂਰਤ ਸ਼ੋਭਦੀ ਹੈ। ਆਪਣੇ ਕੁੱਛੜ ਚੁੱਕ ਕੇ ਮਾਤਾ ਜੀ ਬਲਿਹਾਰ ਜਾਂਦੇ ਹਨ। ਇਸ ਤਰ੍ਹਾਂ ਕਈ ਦਿਨ ਬੀਤ ਗਏ। ਜਦ ਇੱਕ ਰਾਤ ਸਾਰੇ ਲੰਮੇ ਪੈ ਕੇ ਸੌਂ ਗਏ, ਤਦ ਸਾਰੇ ਦੇਵਤੇ ਇਕੱਠੇ ਹੋ ਕੇ ਸ਼੍ਰੀ ਹਰਗੋਬਿੰਦ ਜੀ ਨੂੰ ਮਿਲਣ ਵਾਸਤੇ ਬਹੁਤ ਪ੍ਰਸੰਨ ਹੋ ਕੇ ਆਏ। ਸ਼੍ਰੀ ਹਰਗੋਬਿੰਦ ਜੀ ਉਹਨਾਂ ਦੇ ਆਉਣ ਬਾਰੇ ਜਾਣ ਕੇ ਪਲੰਗ ਤੋਂ ਉੱਠ ਪਏ। ਦੇਵਤੇ ਦੋਵੇਂ ਹੱਥ ਜੋੜ ਜੋੜ ਕੇ ਦੁੱਖਾਂ ਨੂੰ ਦੂਰ ਕਰਨ ਵਾਲੇ ਭਾਵ ਸ਼੍ਰੀ ਹਰਗੋਬਿੰਦ ਜੀ ਦੇ ਪਾਸ ਖਲੋ ਕੇ ਅਭਿਨੰਦਨ ਕਰਦੇ ਸਨ। ਨਾਰਦ, ਸਾਰਦਾ, ਜਿਨ੍ਹਾਂ ਦੇ ਪਾਰੇ ਵਰਗੇ ਸਰੀਰ ਹਨ, ਅਤੇ ਸ਼੍ਰੀ ਬ੍ਰਹਮਾ ਵੀ ਮਘਵਾ ਦੇ ਨਾਲ ਆਏ। 8 ਦੇਵਤੇ ਅਤੇ 11 ਸ਼ਿਵ ਜੀ ਪਵਿੱਤਰ ਸੁਗੰਧਿਤ ਬ੍ਰਿਛ ਅਗਰ ਨੂੰ ਇਕੱਠੇ ਹੋ ਕੇ ਮਿਲੇ। ਹੋਰ ਉਹਨਾਂ ਦੀ ਕਿੱਥੋਂ ਤੱਕ ਗਿਣਤੀ ਹੋਵੇ। ਸਾਰੇ ਅਵਤਾਰ ਨੂੰ ਵੇਖਣ ਵਾਸਤੇ ਸ਼ੋਭ ਰਹੇ ਸਨ। 64 ਜੋਗਣੀਆਂ, 52 ਵੀਰਾਂ ਨੇ ਦੋਵੇਂ ਹੱਥ ਜੋੜ ਕੇ ਸਿਰ ਨਿਵਾਏ। ਉਹ ਸ਼੍ਰੀ ਹਰਗੋਬਿੰਦ ਜੀ ਦੀ ਉਸਤਤੀ ਕਰ ਰਹੇ ਸਨ। ਤੁਰਕਾਂ ਦੇ ਸਮੂਹਾਂ ਦਾ ਨਾਸ਼ ਕਰਨ ਵਾਸਤੇ, ਹੇ ਅੰਤਰਜਾਮੀ, ਤੁਸੀਂ ਸਰੀਰ ਧਾਰਨ ਕੀਤਾ ਹੈ। ਸੇਵਕਾਂ ਸੰਤਾਂ ਦੀ ਤੁਸੀਂ ਪ੍ਰਤਿਪਾਲਣਾ ਕਰੋਗੇ ਅਤੇ ਸਦਾ ਹੀ ਸਤਨਾਮ ਦਾ ਜਾਪ ਕਰੋਗੇ। ਅਨੇਕਾਂ ਲੋਕਾਂ ਦਾ ਉਧਾਰ ਕਰੋਗੇ। ਰਾਹ ਚੱਲਣ ਵਾਲੇ ਜਗਿਆਸੂਆਂ ਨੂੰ ਚਿੱਤ ਵਿੱਚ ਵਿਵੇਕ ਦੇਵੋਗੇ। ਗੁਰੂ ਜੀ ਮਹਾਨ ਸੂਰਮੇ ਹਨ। ਵੈਰੀਆਂ ਨੂੰ ਨਾਸ਼ ਕਰਨ ਦਾ ਤੁਹਾਡਾ ਨਿਤ ਕਾਰਜ ਹੋਵੇਗਾ। ਇਸ ਤਰ੍ਹਾਂ ਕੀਰਤੀ ਕਰਦੇ ਚਰਨ ਕਮਲਾਂ ਨੂੰ ਪੂਜ ਰਹੇ ਸਨ ਅਤੇ ਚੰਦਨ ਘਸਾ ਰਹੇ ਸਨ। ਧੂਫ ਧੁਖਾਉਂਦੇ ਸਨ ਅਤੇ ਫੁੱਲ ਚੜਾਉਂਦੇ ਸਨ ਅਤੇ ਕਈ ਪ੍ਰਕਾਰ ਦੀਆਂ ਸੁਗੰਧੀਆਂ ਨਾਲ ਪੂਜਾ ਕਰ ਰਹੇ ਸਨ। ਕੇਸਰ ਨੂੰ ਚੰਦਨ ਨਾਲ ਘਸਾ ਕੇ ਸਾਰੇ ਦੇਵਤੇ ਇਕੱਠੇ ਹੋ ਕੇ ਬੇਨਤੀਆਂ ਕਰ ਰਹੇ ਸਨ। ਜਿਵੇਂ ਵੀ ਆਪ ਜੀ ਦੀ ਆਗਿਆ ਹੋਵੇ, ਅਸੀਂ ਆਪ ਜੀ ਦੇ ਹੁਕਮ ਅਨੁਸਾਰ ਕਾਰਜ ਕਰਾਂਗੇ। 64 ਜੋਗਣਿਆਂ ਨੇ ਬੇਨਤੀ ਕੀਤੀ, ਸਾਨੂੰ ਬੜੀ ਭੁੱਖ ਲੱਗੀ ਹੈ। ਕਾਫੀ ਸਮੇਂ ਤੋਂ ਅਸੀਂ ਕੋਈ ਭੋਜਨ ਨਹੀਂ ਪਾਇਆ ਹੈ। 52 ਵੀਰਾਂ ਨੇ ਕਿਹਾ, ਅਸੀਂ ਚਾਹੁੰਦੇ ਹਾਂ ਕਿ ਯੁੱਧ ਦਾ ਵੱਡਾ ਅਖਾੜਾ ਲਾਓ। ਨਾਰਦ ਮੁਨੀ ਨੇ ਪ੍ਰਾਰਥਨਾ ਕੀਤੀ, ਮਲੇਸ਼ ਬੱਲੀਆਂ ਨੂੰ ਮਾਰਨ ਲਈ ਆਪ ਜੀ ਕ੍ਰੋਧ ਵਿੱਚ ਆ ਕੇ ਯੁੱਧ ਕਰੋ। ਸਾਰੇ ਦੇਵਤੇ ਇਸ ਤਰ੍ਹਾਂ ਚਾਹੁੰਦੇ ਹਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਰੇ ਦੇਵਤਿਆਂ ਨੂੰ ਇਸ ਤਰ੍ਹਾਂ ਬਚਨ ਕਰਕੇ ਪ੍ਰਸੰਨ ਕਰ ਦਿੱਤਾ। ਤੁਸੀਂ ਸਾਰੇ ਬਹਾਦਰ ਵੀਰ ਹੋ। ਸਾਰੇ ਸਰੀਰ ਧਾਰਨ ਕਰਕੇ ਧੀਰਜ ਨਾਲ ਇਸ ਧਰਤੀ ਤੇ ਆਓ। ਨਾਰਦ ਨੂੰ ਮੈਂ ਮਹਾਯੁੱਧ ਵਿਖਾਵਾਂਗਾ। ਮਲੇਸ਼ ਮਾਰ ਕੇ ਵੱਡਾ ਘਮਸਾਨ ਕਰਾਂਗਾ। 64 ਜੋਗਣੀਆਂ ਲਹੂ ਪੀਣਗੀਆਂ ਅਤੇ ਢਕਾਰ ਮਾਰ ਕੇ ਮਹਾਨ ਤ੍ਰਿਪਤ ਹੋਣਗੀਆਂ। ਸਾਧ ਸੰਗਤ ਜੀ, ਸ਼੍ਰੀ ਦਸਮ ਗ੍ਰੰਥ ਵਿੱਚ ਵੀ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਚੰਡੀ ਚਰਿੱਤਰ ਵਿੱਚ ਇਹ ਸ਼ਬਦ ਅੰਕਿਤ ਕੀਤਾ ਹੈ, ਭੁਜੰਗ ਪ੍ਰਿਆਤ ਛੰਦ ਭਰੈ ਜੋਗਣੀ ਪੱਤਰ 64 ਚਾਰੰਗ ਚਲੀ ਠਾਮ ਠਾਮੰਗ ਡਕਾਰੰਗ ਡਕਾਰੰਗ। ਜਦੋਂ 6ਵੇਂ ਪਾਤਸ਼ਾਹ ਅਤੇ 10ਵੇਂ ਪਾਤਸ਼ਾਹ ਨੇ ਜੰਗ ਲੜੇ ਤਾਂ ਗੁਰੂ ਜੀ ਨੇ ਜੋਗਣੀਆਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਤੇ ਜੋਗਣੀਆਂ ਨੇ ਕਾਇਲ ਹੋਏ ਸੂਰਬੀਰਾਂ ਦੇ ਖੂਨ ਦੇ ਖੱਪਰ ਭਰ ਭਰ ਕੇ ਪੀਤੇ ਅਤੇ ਬਹੁਤ ਖੁਸ਼ ਹੋਈਆਂ ਤੇ ਗੁਰੂ ਜੀ ਦਾ ਧੰਨਵਾਦ ਕੀਤਾ। ਬੜੇ ਘਮੰਡ ਵਿੱਚ ਆ ਕੇ ਪ੍ਰਚੰਡ ਯੁੱਧ ਲੜਾਂਗਾ। ਸ਼ਿਵ ਜੀ ਕੱਟੇ ਹੋਏ ਸਿਰਾਂ ਦੀ ਵੱਡੀ ਮਾਲਾ ਲਵੇਗਾ। ਹੇ ਕਾਲੀ, ਤੂੰ ਆਪਣਾ ਖੱਪਰ ਲਹੂ ਅਤੇ ਮਾਸ ਨਾਲ ਭਰ ਲੈਣਾ। ਜੋ ਸਾਰੇ ਦੇਵਤਿਆਂ ਨੂੰ ਚੰਗਾ ਲੱਗਦਾ ਹੈ ਉਹ ਮੈਂ ਵਿਕਰਾਲ ਬਲ ਧਾਰ ਕੇ ਯੁੱਧ ਕਰਾਂਗਾ। ਆਪਣੀ ਮਾਤਾ ਜੀ ਨੂੰ ਵੀ ਬੜਾ ਆਨੰਦ ਦਿਆਂਗਾ। ਇਸ ਸਮੇਂ ਮੇਰੀ ਬਾਲਕ ਉਮਰ ਹੈ। ਜਿਨ੍ਹਾਂ ਦੇਵਤਿਆਂ ਦੇ ਮਨ ਵਿੱਚ ਇਹ ਮਨੋਰਥ ਹੋਵੇ ਉਹ ਸਰੀਰ ਧਾਰ ਕੇ ਮੇਰੇ ਪਾਸ ਆਓ। ਯੁੱਧ ਵਿੱਚ ਮੇਰੇ ਨਾਲ ਮੇਰੀ ਸੈਨਾ ਬਣੋ। ਮੈਂ ਬਲਵਾਨ ਮਲੇਛਾਂ ਨਾਲ ਸੰਘਰਸ਼ ਕਰਾਂਗਾ। ਹਥਿਆਰ ਲੈ ਕੇ ਯੁੱਧ ਵਿੱਚ ਮੈਂ ਉਤਸ਼ਾਹਿਤ ਹੋ ਕੇ ਸ੍ਰੇਸ਼ਟ ਵਾਰ ਕਰਨੇ ਹਨ। ਉਹਨਾਂ ਮਲੇਛਾਂ ਦਾ ਸੁਧਾਰ ਕਰਕੇ
ਫਿਰ ਮੈਂ ਸੱਚਖੰਡ ਵਿੱਚ ਚਲਾ ਜਾਵਾਂਗਾ ਅਤੇ ਆਪਣੇ ਘਰ ਵਿੱਚ ਵਸਾਂਗਾ। ਧੰਨ ਗੁਰੂ ਜੀ, ਸਭ ਦੇਵਤਿਆਂ ਦੇ ਮਨੋਰਥ ਪੂਰਨ ਕਰਨ ਲਈ ਸੁਆਮੀ ਪ੍ਰਸੰਨ ਹੋਏ ਹਨ। ਸ਼ਾਂਤ ਸਰੂਪ 5 ਸਰੀਰ ਧਾਰਨ ਕੀਤੇ, ਜਿਨ੍ਹਾਂ ਨੇ ਸਤਨਾਮ ਨੂੰ ਪਿਆਰ ਕਰਨ ਵਾਸਤੇ ਆਪਣੇ ਸੇਵਕਾਂ ਨੂੰ ਲਾਇਆ। ਕਰੋੜਾਂ ਮਨੁੱਖ ਨਿਹਾਲ ਕੀਤੇ ਹਨ। ਬੜੇ ਉਤਸ਼ਾਹ ਨਾਲ ਉਹ ਪ੍ਰਭੂ ਦੇ ਗੁਣ ਗਾ ਰਹੇ ਹਨ। 5 ਸਰੂਪ ਅਨੁਪਮ ਧਾਰਨ ਕੀਤੇ ਹਨ। ਹੁਣ ਦੁਸ਼ਮਣਾਂ ਨੂੰ ਮਾਰ ਕੇ ਨਵੇਂ ਪੰਥ ਦਾ ਪ੍ਰਕਾਸ਼ ਕਰੋ। ਘੋਰ ਮਹਾਕਲਯੁਗ ਦੇ ਸਮੇਂ ਆਦਿ ਯੁੱਗ ਦੀ ਸੁੰਦਰ ਮਰਿਆਦਾ ਚਲਾਈ ਹੈ। ਸੁੰਦਰ ਮਰਿਆਦਾ ਕਿਉਂ ਨਾ ਚੱਲੇ ਜਦ ਸਾਰਿਆਂ ਦੀ ਰਚਨਾ ਕਰਨ ਵਾਲੇ ਤੁਸੀਂ ਆਪ ਹੀ ਆ ਕੇ ਸਹਾਇਤਾ ਕੀਤੀ ਹੈ। ਦੇਵਤਿਆਂ ਨੇ ਇਸ ਤਰ੍ਹਾਂ ਗੁਰੂ ਜੀ ਦੀ ਬਹੁਤ ਉਸਤਤ ਕੀਤੀ ਅਤੇ ਗੁਰੂ ਜੀ ਦਾ ਸੁੰਦਰ ਸਰੂਪ ਵੇਖ ਕੇ ਬਲਿਹਾਰ ਜਾਂਦੇ ਸਨ। ਫਿਰ ਦੋਖਾਂ ਦਾ ਨਾਸ਼ ਕਰਨ ਵਾਲੇ ਨੂੰ ਬੰਦਨਾ ਕਰਕੇ ਬਹੁਤ ਆਨੰਦ ਪ੍ਰਾਪਤ ਕੀਤਾ। ਜਦ ਜਾਣ ਲੱਗੇ ਤਾਂ ਮਾਤਾ ਗੰਗਾ ਜੀ ਦੇ ਨੈਣ ਨੀਂਦ ਛੱਡਦਿਆਂ ਹੀ ਖਿੜ ਗਏ। ਉਹਨਾਂ ਨੇ ਜਾਂਦੇ ਹੋਏ ਦੇਵਤਿਆਂ ਦੀ ਪਿੱਠ ਦੇਖੀ ਤਾਂ ਬਹੁਤ ਹੈਰਾਨ ਹੋ ਕੇ ਬਹੁਤ ਡਰ ਗਏ। ਉਹਨਾਂ ਨੇ ਸੋਚਿਆ ਕਿ ਸਾਰੇ ਚੋਰ ਭੱਜ ਕੇ ਗਏ ਹਨ ਜਿਹੜੇ ਮੇਰੇ ਪੁੱਤਰ ਨੂੰ ਲੈਣ ਆਏ ਸਨ। ਸੁੰਦਰ ਗਹਿਣੇ ਹੀਰਿਆਂ ਨਾਲ ਜੜੇ ਜੇ ਹੁਣ ਲੈ ਕੇ ਜਾ ਰਹੇ ਹਨ, ਇਹਨਾਂ ਤੋਂ ਹੁਣ ਕੌਣ ਛੁਡਵਾਏਗਾ। ਜਿਹੜੀਆਂ ਸੇਵਕਣਾਂ ਪਾਸ ਸੁੱਤੀਆਂ ਸਨ, ਉਹਨਾਂ ਸਾਰੀਆਂ ਨੂੰ ਫੜ ਕੇ ਜਗਾਇਆ ਅਤੇ ਕਿਹਾ, ਤੁਸੀਂ ਉੱਠ ਕੇ ਕਿਉਂ ਨਹੀਂ ਵੇਖਦੀਆਂ ਹੋ? ਮੈਨੂੰ ਵੱਡੀ ਗਿਣਤੀ ਵਿੱਚ ਚੋਰ ਦਿਖਾਈ ਦਿੱਤੇ ਹਨ। ਸ਼੍ਰੀ ਹਰਗੋਬਿੰਦ ਮੇਰੇ ਤੋਂ ਦੂਰ ਸਨ, ਹੁਣ ਮੈਂ ਫੜ ਕੇ ਉਠਾਇਆ ਹੈ। ਮੈਂ ਵਿਹੜੇ ਦੇ ਵਿੱਚ ਵੇਖੇ ਹਨ, ਮੈਨੂੰ ਜਾਗਦੀ ਸਮਝ ਕੇ ਭੱਜ ਗਏ ਹਨ। ਦਾਸੀਆਂ ਫੌਰਨ ਉੱਠ ਕੇ ਵਿਹੜੇ ਦੇ ਚਾਰੇ ਕੋਨਿਆਂ ਵਿੱਚ ਫਿਰੀਆਂ, ਪਰ ਕਿਤੇ ਵੀ ਕੋਈ ਦਿਖਾਈ ਨਾ ਦਿੱਤਾ। ਬਾਕੀ ਜਿੰਨੀ ਵੀ ਰਾਤ ਰਹਿੰਦੀ ਸੀ, ਉਹ ਪਹਿਰ ਰਾਤ ਮਾਤਾ ਜੀ ਨੇ ਜਾਗਦਿਆਂ ਦੀ ਗੁਜ਼ਾਰੀ। ਬੋਲਦੇ ਹਨ ਤੇ ਗੱਲਾਂ ਦੱਸਦੇ ਹਨ। ਡਰਦਿਆਂ ਨੀਂਦ ਪਤਾ ਨਹੀਂ ਕਿੱਥੇ ਗਾਇਬ ਹੋ ਗਈ ਸੀ। ਚਿੱਤ ਵਿੱਚ ਮਹਾ ਚਿੰਤਾ ਹੈ ਕਿ ਪੁੱਤਰ ਉੱਤੇ ਕੋਈ ਆਫਤ ਨਾ ਆ ਜਾਏ। ਸਵੇਰੇ ਸਾਰਿਆਂ ਦੇ ਜਾਗਦਿਆਂ ਹੀ ਮਾਤਾ ਜੀ ਬੜੇ ਪ੍ਰੇਮ ਨਾਲ ਆਪਣੇ ਸਪੁੱਤਰ ਨੂੰ ਲਾਡ ਲਡਾਉਣ ਲੱਗੇ। ਫਿਰ ਸ਼੍ਰੀ ਹਰਗੋਬਿੰਦ ਜੀ ਦੇ ਪਿਤਾ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਘਰ ਅੰਦਰ ਆਏ। ਭੈ ਕਰਕੇ ਬਹੁਤ ਡਰੇ ਹੋਏ ਆਪਣੇ ਪਤੀ ਜੀ ਦੇ ਅੱਗੇ ਆਏ ਤੇ ਹੱਥ ਜੋੜ ਕੇ ਫਿਰ ਬੇਨਤੀ ਕੀਤੀ, ਤੁਸੀਂ ਸਪੁੱਤਰ ਦੇ ਡਰ ਬਾਰੇ ਕਿਉਂ ਵਿਚਾਰ ਨਹੀਂ ਕਰਦੇ? ਰਾਤ ਨੂੰ ਜੇ ਮੈਂ ਨਾ ਜਾਗਦੀ ਤਾਂ ਮਹਾ ਭੈਦਾਇਕ ਸੰਕਟ ਵਾਪਰ ਜਾਣਾ ਸੀ। ਬਹੁਤ ਵੱਡੀ ਗਿਣਤੀ ਵਿੱਚ ਚੋਰ ਵਿਹੜੇ ਵਿੱਚ ਇਕੱਠੇ ਹੋ ਕੇ ਸ਼੍ਰੀ ਹਰਗੋਬਿੰਦ ਜੀ ਨੂੰ ਲੈਣ ਆਏ ਸਨ। ਬਾਲਕ ਨੂੰ ਵਿੱਚ ਲੈ ਕੇ ਆਪਸ ਵਿੱਚ ਬਹੁਤ ਗੱਲਾਂ ਕਰ ਰਹੇ ਸਨ। ਮੇਰੀ ਅੱਖ ਖੁੱਲ੍ਹੀ ਤਾਂ ਤੁਰੰਤ ਵੇਖ ਕੇ ਡਰ ਕੇ ਚਲੇ ਗਏ। ਮੈਂ ਉੱਠ ਕੇ ਤੁਰੰਤ ਆਪਣੇ ਸਪੁੱਤਰ ਨੂੰ ਫੜਿਆ ਤੇ ਸਾਰੀਆਂ ਦਾਸੀਆਂ ਨੂੰ ਜਗਾ ਕੇ ਚੋਰਾਂ ਨੂੰ ਵੇਖਣ ਵਾਸਤੇ ਭੇਜਿਆ। ਦਾਸੀਆਂ 4 ਚੁਫੇਰੇ ਗਈਆਂ ਤੇ ਉਹਨਾਂ ਨੇ ਹੋਰਨਾਂ ਨੂੰ ਵੀ ਖਬਰ ਦਿੱਤੀ। ਬਹੁਤ ਰੌਲਾ ਪੈਣ ਕਾਰਨ ਦੌੜ ਗਏ ਤੇ ਫਿਰ ਨੌਕਰ ਘਰ ਦੇ ਚਾਰੇ ਕੋਨਿਆਂ ਵਿੱਚ ਭੱਜੇ ਫਿਰੇ। ਅਸੀਂ ਕਿਉਂ ਨਾ ਆਪਣੇ ਸ਼ਹਿਰ ਨੂੰ ਚੱਲੀਏ, ਇਸ ਪਿੰਡ ਦਾ ਵਸੇਬਾ ਹੁਣ ਛੱਡ ਦਿਓ। ਇੱਥੇ ਬਹੁਤ ਉਪਦਰ ਹੋ ਰਹੇ ਹਨ। ਜਿਹੜਾ ਸੁੰਦਰ ਨਗਰ ਹੈ ਉੱਥੇ ਜਾ ਕੇ ਸੁਖੀ ਵਸੀਏ। ਮੇਰੇ ਹਿਰਦੇ ਵਿੱਚ ਬੜਾ ਡਰ ਬਹਿ ਗਿਆ ਹੈ। ਇੱਥੇ ਨਿੱਤ ਹੀ ਐਸੀਆਂ ਉਲਟ ਰੀਤੀਆਂ ਹੋ ਰਹੀਆਂ ਹਨ। ਮੇਰੇ ਸਪੁੱਤਰ ਸ਼੍ਰੀ ਹਰਗੋਬਿੰਦ ਜੋ ਹੁਣ ਵੱਡੇ ਹੋ ਗਏ ਹਨ, ਇਸ ਕਰਕੇ ਕੋਈ ਡਰ ਨਹੀਂ ਹੈ। ਇਸ ਪਿੰਡ ਵਿੱਚ ਰਹਿ ਕੇ ਨਿੱਤ ਚਿੰਤਾ ਵਿੱਚ ਪਈ ਰਹਿੰਦੀ ਹਾਂ। ਮੈਂ ਹੱਥ ਜੋੜ ਕੇ ਕਹਿੰਦੀ ਹਾਂ, ਮੇਰੀ ਇੱਛਾ ਪੂਰੀ ਕਰੋ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਦ ਮਾਤਾ ਗੰਗਾ ਜੀ ਦੇ ਬਚਨ ਸੁਣੇ ਤਾਂ ਮੁਸਕਰਾ ਕੇ ਧੀਰਜ ਵਾਲੇ ਸ਼ਬਦ ਕਹੇ, ਤੇਰਾ ਕਿਹਾ ਅਸੀਂ ਮੰਨ ਲਿਆ ਹੈ। ਹੁਣ ਨਗਰ ਵਿੱਚ ਜਾ ਕੇ ਹੀ ਵਾਸਾ ਕਰਨਾ ਚਾਹੁੰਦੇ ਹਾਂ। ਤੇਰੇ ਪੁੱਤਰ ਨੂੰ ਕਿਸੇ ਸਥਾਨ ਤੇ ਜਾ ਕੇ ਵੀ ਕੋਈ ਡਰ ਨਹੀਂ ਹੈ, ਕਿਉਂਕਿ ਉਸ ਦਾ ਰਾਖਾ ਆਪ ਵਾਹਿਗੁਰੂ ਹੈ। ਕੱਲ ਸਵੇਰੇ ਆਪਣੀ ਨਗਰੀ ਵਿੱਚ ਚੱਲਾਂਗੇ ਅਤੇ ਆਪਣੀਆਂ ਸਾਰੀਆਂ ਵਸਤੂਆਂ ਲੈ ਜਾਵਾਂਗੇ। ਇਸ ਪ੍ਰਕਾਰ ਕਹਿ ਕੇ ਗੁਰੂ ਜੀ ਨੇ ਪੂਰੀ ਤਿਆਰੀ ਕਰਵਾ ਦਿੱਤੀ। ਸਾਰੇ ਸੇਵਕਾਂ ਨੇ ਮਿਲ ਕੇ ਘਰ ਦਾ ਸਾਰਾ ਸਮਾਨ ਸੰਭਾਲ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।